ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇੱਕ ਹੋਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਇਹ ਭਰਤੀ ਆਸਾਮ ਰਾਈਫਲ ਦੇ ਵੱਲੋਂ ਜਾਰੀ ਕੀਤੀ ਗਈ ਹੈ। ਇਹ ਆਰਮੀ ਦੀ ਬਹੁਤ ਵੱਡੀ ਰੈਲੀ ਹੈ ਜਿਸ ਵਿੱਚ ਤੁਸੀਂ ਅਪਲਾਈ ਕਰਨਾ ਹੈ ਅਤੇ ਇਸ ਦੀ ਅਪਲਾਈ ਡੇਟ ਵੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਤੁਸੀਂ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਅਤੇ ਪੂਰੀ ਡਿਟੇਲ ਨੋਟੀਫਿਕੇਸ਼ਨ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਹੋਰ ਨਵੇਂ ਵੀਡੀਓ ਦੇਖਣ ਲਈ ਸਾਡੇ ਜੋਬ ਅੱਡਾ 247 ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਤੁਹਾਡੇ ਤੱਕ ਭਰਤੀ ਸੰਬੰਧੀ ਵੀਡੀਓ ਜਲਦ ਤੋਂ ਜਲਦ ਪਹੁੰਚ ਸਕਣ ਅਤੇ ਤੁਸੀਂ ਸਮਾਂ ਰਹਿੰਦੇ ਇਹਨਾਂ ਭਰਤੀਆਂ ਨੂੰ ਭਰ ਸਕੋ। ਅਤੇ ਲਾਈਕ ਅਤੇ ਸ਼ੇਅਰ ਵੀ ਕਰ ਦਿਆ ਕਰੋ, ਇਸ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ। ਆਓ ਲੈ ਚੱਲਦੇ ਹਾਂ ਤੁਹਾਨੂੰ ਨੋਟੀਫਿਕੇਸ਼ਨ ਵੱਲ। ਤੁਸੀਂ ਦੇਖ ਸਕਦੇ ਹੋ ਦੋਸਤੋ, ਇਹ ਭਰਤੀ ਆਸਾਮ ਰਾਈਫਲ ਦੁਆਰਾ ਕੱਢੀ ਗਈ ਹੈ ਅਤੇ ਜਿਸ ਦੀ ਆਖਰੀ ਡੇਟ 12 ਮਾਰਚ 2022 ਹੈ। ਇਸ ਵਿੱਚ ਰਾਈਫਲਮੈਨ ਜਨਰਲ ਡਿਊਟੀ ਮੇਲ ਐਂਡ ਫੀਮੇਲ ਬੋਥ ਦੀਆਂ 94 ਵੈਕੈਂਸੀਆਂ ਹਨ ਅਤੇ ਹਵਿਲਦਾਰ ਕਲਰਕ ਦੀਆਂ ਮੇਲ ਐਂਡ ਫੀਮੇਲ ਬੋਥ ਦੀਆਂ 4, ਵਾਰੰਟ ਆਫਿਸਰ ਰੇਡੀਓ ਮਕੈਨਿਕ ਦੀਆਂ 4, ਹਵਿਲਦਾਰ ਆਪਰੇਟਰ ਰੇਡੀਓ ਲਾਈਨ ਦੀਆਂ 37, ਰਾਈਫਲ ਮਾਊਰ ਫॉर ਮੇਲ ਕੈਂਡੀਡੇਟਸ ਓਨਲੀ ਦੀਆਂ 2, ਰਾਈਫਲ ਲੈਬੋਰਟਰੀ ਅਸਿਸਟੈਂਟ ਦੀਆਂ 1, ਰਾਈਫਲ ਨਰਸਿੰਗ ਅਸਿਸਟੈਂਟ ਦੀਆਂ 5, ਰਾਈਫਲ ਵਾਸ਼ਰਮੈਨ ਦੀਆਂ 4 ਅਤੇ ਰਾਈਫਲ AYA ਦੀਆਂ 1। ਇਹ ਟੋਟਲ 152 ਵੈਕੈਂਸੀਆਂ ਹਨ ਜਿਸ ਲਈ ਤੁਸੀਂ ਅਪਲਾਈ ਕਰਨਾ ਹੈ ਅਤੇ ਇਹਨਾਂ ਭਰਤੀਆਂ ਲਈ ਸਿਰਫ ਉਹੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੇ ਓਨਲੀ 1 ਡਿਪੈਂਡੈਂਟ ਫੈਮਿਲੀ ਮੈਂਬਰ ਆਫ ਆਸਾਮ ਰਾਈਫਲ person who were killed in action, died while in service, discharged from service on medical grounds, missing while service are eligible for corporate ground appointment। ਮਤਲਬ ਕਿ ਇਹਨਾਂ ਨੂੰ ਉਹੀ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੇ ਫੈਮਿਲੀ ਮੈਂਬਰ 'ਚੋਂ ਕੋਈ ਵੀ ਬੰਦਾ ਇਹਨਾਂ ਦੀ ਪਹਿਲਾਂ ਜੋਬ ਕਰਦਾ ਹੋਵੇ ਜਿਸ 'ਤੇ ਉਹ ਜੋਬ ਦੇ ਦੌਰਾਨ ਮਰ ਗਿਆ ਹੋਵੇ ਜਾਂ ਗੁੰਮ ਹੋ ਗਿਆ ਹੋਵੇ ਜਾਂ ਉਹਨੂੰ ਡਿਸਚਾਰਜ ਫਰੋਮ ਸਰਵਿਸ ਆਫ ਮੈਡੀਕਲ ਕਰ ਮਤਲਬ ਕਿ ਉਹਨਾਂ ਦੀ ਕੋਈ ਸੱਟ ਵਗੈਰਾ ਲੱਗ ਗਈ ਹੋਵੇ ਤਾਂ ਉਹਨਾਂ ਨੂੰ ਜੋਬ ਤੋਂ ਡਿਸਚਾਰਜ ਕਰ ਦਿੱਤਾ ਹੋਵੇ। ਇਹਨਾਂ ਨੂੰ ਉਹੀ ਅਪਲਾਈ ਕਰ ਸਕਦੇ ਹਨ ਅਤੇ ਤੁਸੀਂ ਇਸ ਫੋਰਮ ਨੂੰ ਭਰ ਕੇ ਡਾਇਰੈਕਟਰ ਜਨਰਲ ਆਸਾਮ ਰਾਈਫਲ ਰਿਕਰੂਟਮੈਂਟ ਬ੍ਰਾਂਚ ਲਾਈਟਕੋਰ ਸ਼ਿਲਿਓਂਗ ਮੇਘਾਲਿਆ 793010 'ਤੇ ਭੇਜਣਾ ਹੈ। ਇਸ ਵਿੱਚ ਹਾਈਟ ਦੀ ਗੱਲ ਕੀਤੀ ਜਾਵੇ ਤਾਂ ਮੇਲ ਦੀ ਹਾਈਟ 170 ਸੈਂਟੀਮੀਟਰ ਅਤੇ ਫੀਮੇਲ ਦੀ ਹਾਈਟ 157 ਸੈਂਟੀਮੀਟਰ ਰਹੇਗੀ ਅਤੇ ਚੈਸਟ ਫੋਰ ਮੇਲ ਮਤਲਬ ਕਿ ਚੈਸਟ ਦਾ ਮਾਪ ਸਿਰਫ ਮੇਲ ਦਾ ਹੀ ਹੋਵੇਗਾ ਜੋ ਕਿ ਨੋਰਮਲ 80 ਸੈਂਟੀਮੀਟਰ ਤੋਂ ਲੈ ਕੇ ਇਸ ਦਾ ਫੁਲਾਵ 5 ਸੈਂਟੀਮੀਟਰ ਤੱਕ ਦਾ ਹੋਵੇਗਾ। ਅਤੇ ਫਿਜ਼ੀਕਲ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮੇਲ ਦੇ ਲਈ 5 ਕਿਲੋਮੀਟਰ ਰੇਸ ਹੈ ਜਿਸ ਨੂੰ ਤੁਸੀਂ 24 ਮਿੰਟਾਂ ਵਿੱਚ ਕਲੀਅਰ ਕਰਨਾ ਹੈ ਅਤੇ ਫੀਮੇਲ ਲਈ 1600 ਮੀਟਰ ਰੇਸ ਹੈ ਜਿਸ ਨੂੰ 8 ਮਿੰਟ 30 ਸਕਿੰਟ ਦੇ ਵਿੱਚ ਕਲੀਅਰ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ। ਜੋ ਵੀ ਕੈਂਡੀਡੇਟ ਫਿਜ਼ੀਕਲ ਟੈਸਟ ਪਾਸ ਕਰਨਗੇ ਉਹਨਾਂ ਦਾ ਹੀ ਰਿਟਨ ਐਗਜ਼ਾਮ ਹੋਵੇਗਾ ਅਤੇ ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ। ਅਤੇ ਜੋ ਵੀ ਜਨਰਲ ਡਿਊਟੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਏਜ 18 ਤੋਂ 23 ਸਾਲ ਹੋਵੇਗੀ ਅਤੇ ਤੁਸੀਂ ਘੱਟੋ ਘੱਟ 10ਵੀਂ ਪਾਸ ਹੋਣੇ ਚਾਹੀਦੇ ਹੋ ਅਤੇ ਜੋ ਕਲਰਕ ਲਈ ਅਪਲਾਈ ਕਰ ਰਹੇ ਹਨ ਉਹ +2 ਪਾਸ ਹੋਣੇ ਚਾਹੀਦੇ ਹਨ ਅਤੇ ਜੋ ਰੇਡੀਓ ਮਕੈਨਿਕ ਲਈ ਅਪਲਾਈ ਕਰ ਰਹੇ ਹਨ ਉਹਨਾਂ ਦਾ 10ਵੀਂ ਪਾਸ ਅਤੇ ਰੇਡੀਓ ਐਂਡ ਟੈਲੀਵਿਜ਼ਨ ਟੈਕਨੋਲੋਜੀ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ ਅਤੇ ਜੋ ਆਪਰੇਟਰ ਰੇਡੀਓ ਦੇ ਵਿੱਚ ਅਪਲਾਈ ਕਰਨੇ ਉਹ ਸਿਰਫ 10ਵੀਂ ਪਾਸ ਹੋਣੇ ਚਾਹੀਦੇ ਹਨ ਅਤੇ ਰੇਡੀਓ ਟੈਲੀਵਿਜ਼ਨ ਦੇ ਵਿੱਚ ਉਹਨਾਂ ਕੋਲ ਡਿਪਲੋਮਾ ਵੀ ਹੋਣਾ ਚਾਹੀਦਾ ਹੈ ਅਤੇ ਜੋ ਆਰਮੋਰ ਦੇ ਵਿੱਚ ਅਪਲਾਈ ਕਰਦੇ ਹਨ ਉਹਨਾਂ ਕੋਲ ਸਿਰਫ 10ਵੀਂ ਪਾਸ ਹੋਣੇ ਚਾਹੀਦੇ ਹਨ। ਲੈਬ ਅਟੈਂਡੈਂਟ ਦੇ ਤੁਸੀਂ 10ਵੀਂ ਪਾਸ ਅਤੇ ਤੁਹਾਡੇ ਕੋਲ ਮੈਥ ਸਾਇੰਸ ਐਂਡ ਬਾਇਓਲੋਜੀ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਅਤੇ ਨਰਸਿੰਗ ਅਸਿਸਟੈਂਟ ਦੇ ਲਈ 10th ਪਾਸ ਹੋਣੇ ਚਾਹੀਦੇ ਹੋ ਜਾਂ ਅਤੇ ਸਬਜੈਕਟ ਤੁਹਾਡੇ ਕੋਲ ਇੰਗਲਿਸ਼ ਮੈਥਾਮੈਟਿਕਸ ਐਂਡ ਸਾਇੰਸ ਵਿਦ ਬਾਇਓਲੋਜੀ ਹੋਣੀ ਚਾਹੀਦੀ ਹੈ। ਵਾਸ਼ਰਮੈਨ ਦੇ ਲਈ ਸਿਰਫ 10ਵੀਂ ਪਾਸ ਹੋਣੇ ਚਾਹੀਦੇ ਹੋ। AYA
ਇਹਦੇ ਲਈ ਤੁਸੀਂ ਸਿਰਫ 10ਵੀਂ ਪਾਸ ਹੋਣੇ ਚਾਹੀਦੇ ਹੋ। ਅਤੇ ਇਸ ਤਰ੍ਹਾਂ ਦਾ ਤੁਹਾਨੂੰ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਤੁਸੀਂ ਸਭ ਤੋਂ ਪਹਿਲਾਂ ਨੰਬਰ, ਰੈਂਕ, ਨੇਮ ਆਫ ਦਾ ਗਵਰਨਮੈਂਟ ਸਰਵੈਂਟ, ਮਤਲਬ ਕਿ ਜੋ ਵੀ ਤੁਹਾਡਾ ਜਿਸ ਦੀ ਵੀ ਡੈਥ ਹੋਈ ਸੀਗੀ ਉਸ ਦਾ ਤੁਸੀਂ ਨਾਮ, ਰੈਂਕ ਭਰਨਾ ਹੈ। ਅਤੇ ਉਸ ਤੋਂ ਬਾਅਦ ਅੰਟਿਲ ਲਾਸਟ ਸਰਵਡ, ਮਤਲਬ ਤੁਸੀਂ ਐਂਡ ਤੱਕ ਜੋ ਵੀ ਸਰਵ ਹੋਈ ਆ ਉਸ ਦੇ ਬਾਰੇ ਤੁਸੀਂ ਸਾਰੀ ਡਿਟੇਲ ਇੱਥੇ ਭਰ ਦੇਣੀ ਹੈ। ਡੈਸਟੀਨੇਸ਼ਨ ਆਫ ਦਾ ਗਵਰਨਮੈਂਟ, ਮਤਲਬ ਕਿਸ ਥਾਂ 'ਤੇ ਸੀ। ਡੇਟ ਆਫ ਦਾ ਅਪਾਇੰਟਮੈਂਟ, ਮਤਲਬ ਕਦੋਂ ਜੁਆਇਨਿੰਗ ਸੀਗੀ। ਡੇਟ ਆਫ ਦਾ ਬਰਥ ਆਫ ਗਵਰਨਮੈਂਟ, ਡੇਟ ਆਫ ਬਰਥ ਭਰਨੀ ਹੈ ਉਸਦੀ ਤੁਸੀਂ। ਫਿਰ ਡੇਟ ਆਫ ਡੈਥ, ਜਦੋਂ ਡੈਥ ਹੋਈ ਉਸ ਦੇ ਬਾਰੇ ਭਰਨਾ ਹੈ। ਡੇਟ ਆਫ ਰਿਟਾਇਰਮੈਂਟ ਦੇ ਬਾਰੇ ਭਰਨਾ ਹੈ। ਟੋਟਲ ਲੈਂਥ ਆਫ ਸਰਵਿਸ, ਕਿੰਨਾ ਟਾਈਮ ਸਰਵਿਸ ਕੀਤੀ। ਵੈਦਰ ਪਰਮਾਨੈਂਟ ਔਰ ਟੈਂਪਰਰੀ, ਮਤਲਬ ਕਿ ਉਹ ਪਰਮਾਨੈਂਟ ਸੀ ਜਾਂ ਟੈਂਪਰਰੀ। ਵੈਦਰ ਬਿਲੋਂਗਿੰਗ, ਮਤਲਬ ਕਿਹੜੀ ਕਾਸਟ ਤੋਂ ਬਿਲੋਂਗ ਕਰਦੇ ਸੀ। ਉਸ ਤੋਂ ਬਾਅਦ ਨੇਮ ਆਫ ਦਾ ਕੈਂਡੀਡੇਟ ਫॉर ਅਪਾਇੰਟਮੈਂਟ, ਮਤਲਬ ਕਿਹੜਾ ਕੈਂਡੀਡੇਟ ਹੁਣ ਭਰ ਰਿਹਾ ਹੈ। ਇਜ਼ ਹਰ ਰਿਲੇਸ਼ਨਸ਼ਿਪ, ਉਸ ਦੇ ਨਾਲ ਉਸਦਾ ਕੀ ਸੰਬੰਧ ਹੈ। ਡੇਟ ਆਫ ਬਰਥ, ਉਸਦੀ ਡੇਟ ਆਫ ਬਰਥ ਕੀ ਹੈ। ਐਜੂਕੇਸ਼ਨ ਕੁਆਲੀਫਿਕੇਸ਼ਨ, ਜੋ ਵੀ ਕੈਂਡੀਡੇਟ ਭਰ ਰਿਹਾ ਉਸਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ। ਵੈਦਰ ਐਨੀ ਅਦਰ ਡਿਪੈਂਡੈਂਟ ਫੈਮਿਲੀ ਮੈਂਬਰਸ ਹੈਜ਼ ਬੀਨ ਅਪੋਇੰਟਡ ਟੂ, ਮਤਲਬ ਕਿ ਉਹ ਹੋਰ ਤਾਂ ਨਹੀਂ ਕੋਈ ਫੈਮਿਲੀ ਮੈਂਬਰ ਪਹਿਲਾਂ ਅਪੋਇੰਟਮੈਂਟ ਹੈ ਉਸ ਪੋਸਟ ਦੇ ਲਈ। ਹੋਮ ਐਡਰੈਸ, ਉਸਦਾ ਹੋਮ ਐਡਰੈਸ ਕੀ ਹੈ। ਵਿਲੇਜ, PO, ਤਹਿਸੀਲ, ਡਿਸਟ੍ਰਿਕਟ, ਪਿੰਨ, ਸਟੇਟ। ਫਿਰ ਉਸ ਤੋਂ ਬਾਅਦ ਮੋਬਾਈਲ ਨੰਬਰ, ਈਮੇਲ ID ਤੁਸੀਂ ਭਰ ਦੇਣੀ ਹੈ। ਪੋਸਟ ਵਿੱਚ ਅਪਲਾਈਡ, ਪੋਸਟ ਦੇ ਬਾਰੇ ਭਰ ਦੇਣਾ ਜਿਹੜੀ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਪਾਰਟੀਕੂਲਰ ਆਫ ਟੋਟਲ ਅਸੈਂਸਡ ਲੈਫਟ ਇਨਕਲੂਡਿੰਗ ਅਮਾਊਂਟ, ਮਤਲਬ ਜੇ ਉਸਦੀ ਕੋਈ ਪੈਨਸ਼ਨ ਵਗੈਰਾ ਆਉਂਦੀ ਹੈ ਉਸ ਦੇ ਬਾਰੇ ਭਰ ਦੇਣਾ ਹੈ। ਉਸਦਾ DCR, ਫਿਰ GPM ਬੈਲੈਂਸ, ਲਾਈਫ ਇੰਸ਼ੋਰੈਂਸ ਪੋਲਿਸੀ ਦੇ ਬਾਰੇ, ਮੂਵੇਬਲ ਇਮੂਵੇਬਲ ਪ੍ਰੋਪਰਟੀਜ਼। ਉਸ ਤੋਂ ਬਾਅਦ ਐਰਗਿਸ ਇੰਸ਼ੋਰੈਂਸ ਅਮਾਊਂਟ ਦੇ ਬਾਰੇ ਭਰਨਾ ਹੈ। ਇੰਸਟੇਸਮੈਂਟ ਆਫ ਲੀਵ ਦੇ ਬਾਰੇ, ਐਨੀ ਅਦਰ ਅਸੈਂਸਟ, ਜੇ ਕੋਈ ਹੋਰ ਅਸੈਂਸਟ ਹੈ ਤਾਂ ਉਸ ਦੇ ਬਾਰੇ ਭਰ ਦੇਣਾ ਹੈ। ਉਸ ਤੋਂ ਬਾਅਦ ਇਸ 'ਤੇ ਤੁਸੀਂ ਨੇਮ, ਰਿਲੇਸ਼ਨਸ਼ਿਪ ਵਿਦ ਗਵਰਨਮੈਂਟ ਸਰਵੈਂਟ ਦੇ ਬਾਰੇ ਭਰ ਦੇਣਾ ਹੈ। ਉਸਦੀ ਏਜ, ਐਡਰੈਸ, ਇੰਪਲੋਇਮੈਂਟ ਔਰ ਨੋਟ ਦੇ ਬਾਰੇ ਭਰ ਕੇ ਡੇਟ ਜਿੱਦਾਂ ਤੁਸੀਂ ਇਸ ਨੂੰ ਭਰ ਰਹੇ ਹੋ, ਅਤੇ ਉਸ ਤੋਂ ਬਾਅਦ ਸਿਗਨੇਚਰ ਆਪਣੇ ਕਰਕੇ ਨੇਮ, ਐਡਰੈਸ ਅਤੇ ਟੈਲੀਫੋਨ ਪਾ ਕੇ ਇਸ ਨੂੰ ਜੋ ਵੀ ਤੁਹਾਨੂੰ ਉੱਪਰ ਮੈਂ ਦੱਸਿਆ ਸੀ ਉਸ ਪਤੇ 'ਤੇ ਭੇਜ ਦੇਣਾ ਹੈ। ਉਸ ਤੋਂ ਬਾਅਦ ਆਪਣਾ ਡਿਕਲੇਰੇਸ਼ਨ ਫਾਰਮ ਵੀ ਭਰਨਾ ਹੈ, ਨਾਲ ਹੀ ਉਸ 'ਤੇ ਸਿਗਨੇਚਰ, ਡੇਟ, ਨੇਮ, ਐਡਰੈਸ ਔਰ ਟੈਲੀਫੋਨ ਭਰ ਕੇ ਉਸ ਪਤੇ 'ਤੇ ਭੇਜ ਦੇਣਾ ਹੈ। ਅਤੇ ਉਸ ਤੋਂ ਬਾਅਦ ਇਹ ਤੁਸੀਂ ਆਖਰੀ ਡੇਟ ਤੋਂ ਪਹਿਲਾਂ ਭੇਜ ਦਿਓ। ਅਤੇ ਜੇਕਰ ਤੁਹਾਨੂੰ ਕੋਈ ਅਪਲਾਈ ਕਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਧੰਨਵਾਦ।